ਉਹੀ ਅਜੂਨੀ ਹੈ ਤੇ ਉਹੀ ਹੈ ਅਕਾਲ। ਉਹ ਤੇਰੇ ਵਿੱਚ ਵੀ ਹੈ, ਉਹ ਮੇਰੇ ਵਿੱਚ ਵੀ ਹੈ, ਉਹ ਸਾਰਿਆਂ ਦੀ ਹੀ ਹੈ ਨਾਲ। ਉਹ ਤੇਰੇ ਵਿੱਚ ਵੀ ਹੈ, ਉਹ ਮੇਰੇ ਵਿੱਚ ਵੀ ਹੈ, ਉਹ ਸਾਰਿਆਂ ਦੇ ਹੀ ਹੈ ਨਾਲ। ਬਾਬੇ ਨਾਨਕ ਨੇ ਬਾਰ-ਬਾਰ ਬਾਣੀ ਵਿੱਚ ਇਹੀਓ ਸਮਝਾਇਆ ਹੈ। ਜਦ ਇਕੱਲੇ ਬਹਿ ਕੇ ਬਾਣੀ ਪੜ੍ਹਦੇ ਹਾਂ, ਬਾਣੀ ਨੂੰ ਵਿਚਾਰਦੇ ਹਾਂ, ਤਾਂ ਪਤਾ ਲੱਗਦਾ ਹੈ ਕਿ ਪੂਰੀ ਕਾਇਨਾਤ ਉਹਦੇ ਹਿਸਾਬ ਨਾਲ ਚੱਲਦੀ ਹੈ। ਇਹ ਪੂਰੀ ਕਾਇਨਾਤ ਉਸ ਦੇ ਹਿਸਾਬ ਨਾਲ ਚੱਲਦੀ ਹੈ। ਬਾਕੀ ਦੋਸਤ ਤੂੰ ਤੇ ਮੈਂ, ਆਪਾਂ ਤਾਂ ਮੈਂ ਦਾ ਐਵੇਂ ਖੌਰੂ ਹੀ ਪਾਇਆ। ਪੀਬਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਅਕਾਲ ਪੁਰਖ ਦੀ ਗੱਲ ਕੀਤੀ ਹੈ, ਅਜੂਨੀ ਦੀ ਗੱਲ ਕੀਤੀ ਹੈ, ਤੇਰੀ ਮੇਰੀ ਔਰ ਸਾਡੀ ਮੈਂ ਦੀ ਗੱਲ ਕੀਤੀ ਹੈ। ਇਹਨਾਂ ਗੱਲਾਂ 'ਤੇ ਵੀ ਵੇਰਵਾ ਦੇਵਾਂਗੇ, ਲੇਕਿਨ ਸਭ ਤੋਂ ਪਹਿਲਾਂ ਦੱਸ ਦਿੰਦਾ ਕਿ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ ਔਰ ਬੜੇ ਵੀਰ ਭੈਣ ਭਰਾਵਾਂ ਦੀ ਇਹ ਡਿਮਾਂਡ ਸੀ, ਜਿਹੜੇ ਵਿਦੇਸ਼ਾਂ ਵਿੱਚ ਵੀ ਰਹਿੰਦੇ ਨੇ, ਨਵੇਂ ਸ਼ਹਿਰ ਵਿੱਚ ਵੀ ਰਹਿੰਦੇ ਨੇ, ਕਿ ਟਾਹਲੀ ਸਾਹਿਬ ਗੁਰਦੁਆਰੇ ਦੀਆਂ ਜ਼ਰੂਰ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰੋ। ਤਾਂ ਇਸ ਸਮੇਂ ਪੀਬਤੀ ਨਵਾਂ ਸ਼ਹਿਰ ਦੀ ਟੀਮ ਗੜ੍ਹ ਸ਼ੰਕਰ ਰੋਡ 'ਤੇ ਟਾਹਲੀ ਸਾਹਿਬ ਪਹੁੰਚੀ ਹੋਈ ਹੈ। ਬਾਬਾ ਸ਼੍ਰੀ ਚੰਦ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਹੈ ਔਰ ਆਪਾਂ ਅੰਦਰ ਜਾ ਕੇ ਤਾਂ ਪੂਰਾ ਵੇਰਵਾ ਦੇਵਾਂਗੇ। ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਇਨਸਾਨ ਨੇ ਖਾਮ-ਖਾ ਮਨ 'ਤੇ ਬੋਝ ਲਿਆ ਹੋਇਆ ਹੈ। ਦੁਨੀਆ 'ਤੇ ਸਭ ਤੋਂ ਵੱਡਾ ਭਾਰ ਉਹੀ ਭਾਰ ਹੁੰਦਾ ਹੈ ਜਿਹੜਾ ਮਨ ਦਾ ਭਾਰ ਹੁੰਦਾ, ਜਿਹੜਾ ਦਿਲ ਦਾ ਭਾਰ ਹੁੰਦਾ। ਉਹਦੇ ਬਾਬਤ ਇੰਨੀ ਗੱਲ ਕਹਿਣੀ ਚਾਹਾਂਗਾ ਕਿ ਇਨਸਾਨ ਨੇ ਨਾ ਸਵੇਰੇ ਉੱਠ ਕੇ ਸੂਰਜ ਨੂੰ ਚਾੜਨਾ ਹੁੰਦਾ ਹੈ ਔਰ ਨਾ ਰਾਤ ਵੇਲੇ ਕਹਿਣਾ ਹੁੰਦਾ ਚੰਨ ਨੂੰ ਕਿ ਆ ਕੇ ਆਪਣੀ ਡਿਊਟੀ ਸਾਂਭ। ਪੂਰੀ ਕਲਕਤ, ਪੂਰੀ ਕਾਇਨਾਤ ਅਕਾਲ ਪੁਰਖ ਦੇ ਹਿਸਾਬ ਨਾਲ ਚੱਲਦੀ ਹੈ। ਪਰ ਸਾਡੇ ਮਨਾਂ 'ਤੇ ਹਮੇਸ਼ਾ ਬੋਝ ਰਹਿੰਦਾ, ਕਿਉਂਕਿ ਸਾਡੇ ਅੰਦਰ ਹਮੇਸ਼ਾ ਹੀ ਕੰਪੀਟੀਸ਼ਨ ਚੱਲਦਾ ਰਹਿੰਦਾ। ਜਿਸ ਦਿਨ ਅਸੀਂ ਕੰਪੀਟੀਸ਼ਨ ਨੂੰ ਨਕਾਰ ਕੇ ਇਹ ਮਹਿਸੂਸ ਕਰ ਲਿਆ ਕਿ ਪਰਮਾਤਮਾ ਨੇ ਇਸ ਮੇਲੇ ਵਿੱਚ ਭੇਜਿਆ ਹੈ, ਇਸ ਵਿੱਚ ਆਪ ਵੀ ਖੁਸ਼ ਰਹਿਣਾ, ਦੂਜਿਆਂ ਨੂੰ ਵੀ ਖੁਸ਼ ਰੱਖਣਾ ਹੈ। ਜਿਵੇਂ ਸਾਡੇ ਕਿਸਾਨ ਵੀਰ ਦਿੱਲੀ ਵਿੱਚ ਬੈਠੇ ਨੇ, ਲੰਗਰ ਬਣਦਾ ਹੈ ਲੇਕਿਨ ਪਹਿਲਾਂ ਦਿੱਲੀ ਵਾਸੀਆਂ ਨੂੰ ਜਾਂ ਝੁੱਗੀ ਝੋਪੜੀ ਵਾਲੇ ਨੂੰ ਖਿਲਾਇਆ ਜਾਂਦਾ। ਸਾਰਿਆਂ ਦੀ ਜਿੱਦਣ ਕੇਅਰ ਕਰਨ ਲੱਗ ਪਏ, ਜਿੱਦਣ ਸਾਰਿਆਂ ਦੇ ਹਮਦਰਦ ਬਣ ਗਏ, ਉਸ ਦਿਨ ਇਹ ਦੁਨੀਆ ਸੱਚੀਓ ਸਵਰਗ ਬਣ ਜਾਏਗੀ। ਆਪਾਂ ਅੰਦਰ ਪਹੁੰਚ ਚੁੱਕੇ ਹਾਂ ਔਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਹੁਕਮਨਾਮਾ ਸ਼ੇਅਰ ਕਰਨਾ ਚਾਹਾਂਗਾ, ਸਾਂਝਾ ਕਰਨਾ ਚਾਹਾਂਗਾ ਔਰ ਅਗਰ ਸ਼ਬਦਾਂ ਦਾ ਹੀਰ ਫੇਰ ਹੋ ਜਾਵੇ ਤਾਂ ਮੁਆਫ ਕਰਨਾ। ਪੰਜਾਬੀ ਵਿੱਚ ਵਿਆਖਿਆ ਲਿਖਿਆ ਜੀ, ਹੇ ਮੇਰੀ ਜਿੰਦੇ ਜਿਹੜਾ ਹਰੀ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈ, ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ, ਜਿਸ ਦੇ ਵਿੱਚ ਕਾਮ ਤੇਨ ਹੈ, ਉਸ ਅਜਿਹੀ ਸਮਰੱਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਮੇਰੇ ਮਨ, ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਗਾ ਤਦੋਂ ਸਾਰੇ ਸੁੱਖ ਹਾਸਲ ਕਰ ਲਏਗਾ। ਹੇ ਮਨ, ਸਦਾ ਥਿਰ ਪ੍ਰਭ ਦਾ ਨਾਮ ਸਦਾ ਜਪਿਆ ਕਰ। ਹੇ ਭਾਈ, ਸਰਬ ਵਿਆਪਕ ਨਿਰਲੇਪ ਹਰ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ। ਇਸ ਤਰ੍ਹਾਂ ਲੋਕ ਪਰਲੋਕ ਵਿੱਚ ਇੱਜ਼ਤ ਖੱਟ ਲਈਦੀ ਹੈ। ਰਹਾਉ। ਹੇ ਭਾਈ, ਜਿਸ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿੱਚ ਹਰੇਕ ਕਿਸਮ ਦਾ ਝਗੜਾ ਬਖੇੜਾ ਚਾਲੇ ਪਾ ਜਾਂਦਾ ਹੈ। ਜਿਸ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿੱਚੋਂ ਹਰੇਕ ਕਿਸਮ ਦਾ ਝਗੜਾ ਬਖੇੜਾ ਚਾਲੇ ਪਾ ਜਾਂਦਾ ਹੈ। ਫਿਰ ਵੀ ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ। ਇਹ ਭਾਈ, ਦਾਸ ਨਾਨਕ ਨੂੰ ਤਾਂ ਗੁਰੂ ਨੇ ਇਹ ਸਮਝ ਬਖਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਇਹਦੇ ਵਿੱਚ ਵੀ ਬਾਰ-ਬਾਰ ਹੇ ਭਾਈ ਦਾ ਜ਼ਿਕਰ ਹੋਇਆ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਾਰ-ਬਾਰ ਸਾਨੂੰ ਹਮੇਸ਼ਾ ਹੀ ਕਿਹਾ ਗਿਆ ਹੈ, ਸੁਣੀਏ, ਠਹਿਰਾਵ, ਰਹਾਉ ਦੀ ਗੱਲ ਕੀਤੀ ਹੈ, ਸਬਰ ਦੀ ਗੱਲ ਕੀਤੀ ਹੈ, ਸੰਜਮ ਦੀ ਗੱਲ ਕੀਤੀ ਹੈ, ਪੇਸ਼ੈਂਸ ਦੀ ਗੱਲ ਕੀਤੀ ਹੈ। ਯਕੀਨ ਮੰਨਿਓ, ਜਿਹੜੇ ਬੰਦੇ ਨੂੰ ਗੱਲ ਸੁਣਨੀ ਆ ਗਈ, ਸਮਝਣੀ ਆ ਗਈ, ਅੱਧਾ ਕੰਮ ਤਾਂ ਉਹਦਾ ਇਉਂ ਹੀ ਹੋ ਜਾਂਦਾ। ਕਿਉਂਕਿ ਜ਼ਿੰਦਗੀ ਵਿੱਚ ਹਮੇਸ਼ਾ ਅੱਗੇ ਲੰਘਣਾ ਨਹੀਂ ਹੈ, ਦੂਜੇ ਨੂੰ ਬਰਾਬਰ ਲੈ ਕੇ ਚੱਲਣ ਦੀ ਗੱਲ ਹੈ। ਕਿਉਂਕਿ ਨੀਵੀਂ ਬੇੜੀ ਨੂੰ ਹੀ ਜਿਹੜੇ ਆ ਉਹ ਫੁੱਲ ਜ਼ਿਆਦਾ ਲੱਗਦੇ ਨੇ। ਇਸੇ ਤਰ੍ਹਾਂ ਜਿਹੜਾ ਬੰਦਾ ਨਿਰਮਲ ਸੁਭਾਅ ਦਾ ਹੁੰਦਾ ਉਹਨੂੰ ਵੀ ਪਰਮਾਤਮਾ ਦਾ ਪਿਆਰ ਜ਼ਿਆਦਾ ਮਿਲਦਾ। ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਅਸੀਂ ਅੱਗੇ ਹੀ ਵਧਣਾ, ਪਰ ਜਦੋਂ ਅਸੀਂ ਕਿਸੇ ਨੂੰ ਨਾਲ ਲੈ ਕੇ ਚੱਲਦੇ ਹਾਂ, ਜਦੋਂ ਕਿਸੇ ਦਾ ਸਹਾਰਾ ਬਣਦੇ ਹਾਂ, ਉਹ ਖੁਸ਼ੀ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਬੜੀ ਮਹੱਤਵਪੂਰਨ ਹੈ। ਮੈਂ ਅਗਰ ਕੱਲ੍ਹ ਦੀ ਗੱਲ ਕਰਾਂ ਤਾਂ ਗੀਤ ਗਾ ਰਹੇ ਸੀ ਅਤੇ ਕੁਝ ਜਿਹੜੇ ਸੁਰੀਲੇ ਗੀਤਕਾਰ ਗਾਇਕ ਉਹ ਕਹਿੰਦੇ ਸਨ ਕਿ ਤੁਸੀਂ ਗੀਤ ਨਾ ਹੀ ਗਾਓ, ਤੁਹਾਡੇ ਅੰਦਰ ਰਾਗ ਨਹੀਂ ਹੈ। ਪਰ ਮੈਂ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਅਸੀਂ ਸੱਚੀਓ ਬੇਰਾਗ ਹਾਂ ਔਰ ਬੇਰਾਗੀ ਉਹ ਹੁੰਦੇ ਨੇ, ਬੇਰਾਗੀ ਮਨ ਉਹ ਹੁੰਦਾ ਹੈ ਜਿਹੜਾ ਅਕਾਲ ਪੁਰਖ ਦੇ ਨਾਲ ਜੁੜਿਆ ਹੁੰਦਾ ਔਰ ਉਹ ਸਿਰਫ ਆਪਣੇ ਬਾਰੇ ਨਹੀਂ, ਪੂਰੀ ਕਾਇਨਾਤ ਬਾਰੇ ਸੋਚਦਾ। ਆਪਾਂ ਇਸ ਸਮੇਂ ਸ਼੍ਰੀ ਚੰਦ ਬਾਬਾ ਜੀ ਦੇ ਚਰਨ ਪ੍ਰਾਪਤ ਧਰਤੀ ਕੋਲ ਖੜੇ ਆ। ਇੱਥੇ ਗੁਰੂ ਘਰ ਅੰਦਰ ਆਏ ਹੋਏ ਔਰ ਸਾਡੇ ਨਾਲ ਰਾਜਵਿੰਦਰ ਵੀਰ ਜੀ ਮੌਜੂਦ ਨੇ। ਮੈਂ ਜ਼ਰੂਰ ਉਹਨਾਂ ਨੂੰ ਤੁਹਾਡੇ ਰੂਬਰੂ ਕਰਨਾ ਚਾਹਾਂਗਾ।
ਵੀਰ ਜੀ ਬਹੁਤ ਨਿੱਘਾ ਸਵਾਗਤ ਹੈ। ਅੱਜ ਨਵਾਂ ਸਾਲ ਵੀ ਹੈ। ਮੈਂ ਜ਼ਰੂਰ ਚਾਹਾਂਗਾ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਦੇ ਦਿਓ, ਔਰ ਅਸੀਂ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ ਦਾ ਵੇਰਵਾ ਵੀ ਤੁਹਾਡੇ ਤੋਂ ਜ਼ਰੂਰ ਲੈਵਾਂਗੇ। ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਸਮੂਹ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਦਾਸ ਪ੍ਰਬੰਧਕ ਕਮੇਟੀ ਗੁਰਦੁਆਰਾ ਟਾਹਲੀ ਸਾਹਿਬ ਵੱਲੋਂ ਬਹੁਤ ਬਹੁਤ ਮੁਬਾਰਕਾਂ। ਇਹ ਨਵਾਂ ਸਾਲ ਪਰਮਾਤਮਾ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ, ਦੁੱਖਾਂ ਦਲਿੱਦਰਾਂ ਦਾ ਨਾਸ਼ ਕਰੇ ਜੀ। ਮੈਂ ਜ਼ਰੂਰ ਚਾਹਾਂਗਾ, ਕਿਉਂਕਿ ਮੈਨੂੰ ਜਿੰਨਾ ਪਤਾ ਲੱਗਿਆ ਕਿ ਬਾਬਾ ਸ਼੍ਰੀ ਚੰਦ ਦੀ ਚਰਨ ਪ੍ਰਾਪਤ ਧਰਤੀ ਹੈ, ਇਹ ਜ਼ਰੂਰ ਵੇਰਵਾ ਜ਼ਰੂਰ ਦਿਓ। ਅੱਜ ਮੇਰੇ PV 32 ਚੈਨਲ ਵਾਲੇ ਭਰਾ ਗੁਰਦੁਆਰਾ ਟਾਹਲੀ ਸਾਹਿਬ ਤਪ ਸਥਾਨ ਬਾਬਾ ਸ਼੍ਰੀ ਚੰਦ ਜੀ ਦੀ ਚਰਨ ਛੋਹ ਧਰਤੀ ਤੇ ਆਏ ਆ ਜੀ। ਤੁਹਾਨੂੰ ਵੀ ਜੀ ਆਇਆਂ ਨੂੰ ਜੀ। ਇਹ ਬਾਬਾ ਜੀ ਦਾ ਤਪ ਸਥਾਨ ਪੁਰਾਤਨ ਸਮੇਂ ਤੋਂ ਬਣਿਆ ਹੋਇਆ ਹੈ ਜੀ। ਲਗਭਗ ਕੋਈ 500 ਸਾਲ ਪਹਿਲਾਂ ਬਾਬਾ ਜੀ ਇੱਥੇ ਆਏ ਸੀ ਤੇ ਇੱਥੇ ਆਲੇ ਦੁਆਲੇ ਦੇ ਨਗਰ ਨਿਵਾਸੀਆਂ ਨੂੰ ਉਹਨਾਂ ਨੇ ਆਸ਼ੀਰਵਾਦ ਦਿੱਤਾ। ਜੀ। ਇੱਥੇ ਉਹਨਾਂ ਨੇ ਟਾਹਲੀ ਦੀ ਦਾਤਣ ਕਰਕੇ ਧਰਤੀ ਵਿੱਚ ਗੱਡ ਦਿੱਤੀ ਸੀ, ਜੀ। ਜੋ ਕਿ ਉਹ ਦਾਤਣ ਅੱਜ ਬਹੁਤ ਵਿਸ਼ਾਲ ਬ੍ਰਿਕਸ਼ ਵਿੱਚ ਆਪ ਜੀ ਦੇ ਸਾਹਮਣੇ ਹੈ ਜੀ। ਤੇ ਇੱਥੇ ਸੰਗਤਾਂ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਦੀਆਂ ਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੀਆਂ ਜੀ। ਮੈਂ ਆਪਾਂ ਚੱਲਦੇ ਗੱਲ ਕਰ ਲੈਂਦੇ, ਕਿਉਂਕਿ ਬੜੇ ਸ਼ਰਧਾਲੂ ਵੀ ਆ ਰਹੇ ਨੇ। ਬਾਈ ਜੀ, ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹੁੰਦਾ ਕਿ ਇੱਥੇ ਲੋਕਾਂ ਦੇ ਮਨਾਂ ਵਿੱਚ ਬੜੀ ਆਸਥਾ ਹੈ, ਜੱਟਾਂ ਮਹੱਲੇ ਤੋਂ ਜਾਂ ਹੋਰ ਵੀ ਪਿੰਡਾਂ ਤੋਂ ਜਿਹੜੇ ਮੇਰੇ ਵੀਰ ਪ੍ਰਦੇਸ਼ਾਂ ਵਿੱਚ ਵੀ ਰਹਿੰਦੇ ਨੇ, ਹਮੇਸ਼ਾ ਹੀ ਸਾਡੇ ਅੱਗੇ ਸਾਨੂੰ ਹਮੇਸ਼ਾ ਪਿਆਰ ਦੇ ਸੁਨੇਹੇ ਭੇਜਦੇ ਨੇ ਕਿ ਤੁਸੀਂ ਜਾਓ ਉੱਥੇ ਦੀ ਵੀ ਕਵਰੇਜ ਕਰਕੇ ਆਓ। ਇੱਥੇ ਹਰ ਰੋਜ਼ ਹੀ ਇਸੇ ਤਰ੍ਹਾਂ ਪਬਲਿਕ ਆਉਂਦੀ ਹੈ ਕਿ ਅੱਜ ਨਵਾਂ ਸਾਲ ਹੈ ਤਾਂ ਆ ਰਹੇ ਨੇ? ਨਹੀਂ, ਵੈਸੇ ਤਾਂ ਇੱਥੇ ਹਰ ਰੋਜ਼ ਹੀ ਪਬਲਿਕ ਕਾਫੀ ਸੰਖਿਆ ਵਿੱਚ ਆਉਂਦੀ ਹੈ। ਅੱਜ ਨਵੇਂ ਸਾਲ ਦੇ ਖੁਸ਼ੀ ਦੇ ਮੌਕੇ ਤੇ ਬਾਬਾ ਜੀ ਤੋਂ ਆਸ਼ੀਰਵਾਦ ਕਰਨੇ ਲਈ ਅੱਜ ਸੰਗਤ ਥੋੜੀ ਜ਼ਿਆਦਾ ਤਾਦਾਦ ਵਿੱਚ ਆ ਰਹੀ ਹੈ। ਠੰਡ ਦੀ ਵੀ ਕਿਸੇ ਨੂੰ ਕੋਈ ਪਰਵਾਹ ਨਹੀਂ। ਮੈਂ ਚਾਹੁੰਦਾ ਕੈਮਰਾਮੈਨ ਇੱਧਰ ਵੀ ਦਿਖਾਣ ਸਾਨੂੰ ਇਸ ਜਿਹੜੇ ਇੱਥੇ ਦੀਵੇ ਬਲ ਰਹੇ ਨੇ ਇਹਨਾਂ ਦਾ ਵੀ ਜ਼ਰੂਰ ਵੇਰਵਾ ਦਿਓ ਜੀ। ਜਿਵੇਂ ਕਿ ਸਾਡੀ ਪੰਜਾਬੀਆਂ ਦੀ ਮਾਨਤਾ ਆ, ਅਸੀਂ ਆਪਣੇ ਘਰ ਦੀ ਸੁੱਖ ਸਾਂਦ ਲਈ ਗੁਰੂ ਘਰ ਆ ਕੇ ਤੇਲ ਦੇ ਦੀਵੇ ਬਾਲਦੇ ਆ, ਉਵੇਂ ਸੰਗਤ ਇੱਥੇ ਗੁਰਦੁਆਰਾ ਟਾਹਲੀ ਸਾਹਿਬ ਆ ਕੇ ਤੇਲ ਦੇ ਦੀਵੇ ਬਾਲਦੀ ਆ ਤਾਂ ਕਿ ਉਹਨਾਂ ਦੇ ਘਰ ਪਰਿਵਾਰ ਨਗਰ ਖੇੜੇ ਤੇ ਕਿਸੇ ਤਰ੍ਹਾਂ ਦੀ ਕੋਈ ਔਕੜ ਨਾ ਆਵੇ, ਸਾਰੇ ਖੁਸ਼ੀਆਂ ਨਾਲ ਰਹਿਣ। ਬੜੀ ਚੰਗੀ ਗੱਲ ਇਹਨਾਂ ਨੇ ਕਹੀ ਹੈ ਕਿ ਪਬਲਿਕ, ਆਮ ਲੋਕ, ਆਮ ਸ਼ਰਧਾਲੂ ਆ ਕੇ ਇੱਥੇ ਜਿਹੜੇ ਦੀਵੇ ਬਾਲਦੇ ਨੇ ਕਿ ਪੂਰੀ ਕਾਇਨਾਤ ਦੀ ਕੋਈ ਖੜੋਤ ਨਾ ਆਵੇ। ਔਰ ਵੀਰ ਜੀ, ਮੈਂ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹਾਂਗਾ, ਜਿਵੇਂ ਹੁਣ ਤੁਹਾਨੂੰ ਪਤਾ ਕਿਸਾਨੀ ਅੰਦੋਲਨ ਚੱਲ ਰਿਹਾ, ਪੂਰੀ ਦੁਨੀਆ ਦਾ ਧਿਆਨ ਉੱਧਰ ਕੇਂਦਰਿਤ ਹੋਇਆ ਹੈ। ਬਿਲਕੁਲ ਜੀ। ਤੇ ਤੁਹਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਯੋਗਦਾਨ ਜਿਹੜਾ ਜਾ ਰਿਹਾ, ਮੈਂ ਚਾਹੁੰਦਾ ਉਹਦਾ ਵੀ ਜ਼ਰੂਰ ਵੇਰਵਾ ਦੇ ਦਿਓ। ਹਾਂਜੀ ਵੀਰ ਜੀ, ਇੱਥੇ ਜਿੱਦਾਂ ਕਿ ਸਾਨੂੰ ਪਤਾ ਹੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤੇ ਹੁਣ ਵੀ ਚੱਲਦਾ ਪਿਆ ਆ। ਤੇ ਜਿਹੜੇ ਸਾਡੇ ਇਲਾਕੇ ਵਿੱਚ ਸਾਡੇ ਕਿਸਾਨ ਭਰਾ ਅੰਦੋਲਨ ਕਰ ਰਹੇ ਆ, ਉਹਨਾਂ ਨੂੰ ਜਦੋਂ ਵੀ ਲੰਗਰ ਦੀ ਜ਼ਰੂਰਤ ਹੁੰਦੀ ਆ ਉਹ ਸਾਨੂੰ ਫੋਨ ਤੇ ਦੱਸ ਦਿੰਦੇ ਆ। ਅਸੀਂ ਉਹਨਾਂ ਲੰਗਰ ਸਵੇਰੇ ਰਾਤ ਨੂੰ ਤਿਆਰ ਕਰਾ ਕੇ ਰੱਖੀਦਾ ਆ ਤੇ ਉਹ ਸਾਡੇ ਭਰਾ ਆ ਕੇ ਇੱਥੋਂ ਲੰਗਰ ਲੈ ਜਾਂਦੇ ਆ। ਤੇ ਹੋਰ ਵੀ ਕਿਸੇ ਤਰ੍ਹਾਂ ਦੀ ਵੀ ਮਦਦ ਦੀ ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ, ਦਾਸ ਪ੍ਰਬੰਧਕ ਕਮੇਟੀ ਗੁਰਦੁਆਰਾ ਟਾਹਲੀ ਸਾਹਿਬ ਹਰ ਸਮੇਂ ਉਹਨਾਂ ਦੇ ਨਾਲ ਖੜੀ ਹੈ ਜੀ। ਵੈਸੇ ਵੀ ਚਲੋ ਇਹਨਾਂ ਨੇ ਗੱਲ ਕੀਤੀ ਹੈ ਕਿ ਇਹ ਹਮੇਸ਼ਾ ਨਾਲ ਖੜੇ ਨੇ, ਪਰ ਇੱਕ ਚੀਜ਼ ਹੋਰ ਬੜੀ ਨਿਕਲ ਕੇ ਚੰਗੀ ਸਾਹਮਣੇ ਆਈ, ਉਹ ਇਹ ਹੈ ਜੀ ਕਿ ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ ਦੁੱਖ ਦਾਰੂ ਸੁੱਖ ਰੋਗ ਪਿਆ। ਹੁਣ ਜਿਹੜਾ ਦੁੱਖ, ਉੱਥੇ ਕਸ਼ਟ ਸਾਡੇ ਵੀਰ ਚੱਲ ਰਹੇ ਨੇ, ਜਿਹੜਾ ਉਹ ਦੁੱਖ ਚੱਲ ਰਹੇ ਨੇ, ਕਿਤੇ ਨਾ ਕਿਤੇ ਉਹ ਸਾਡੇ ਲਈ ਦਾਰੂ ਬਣਦਾ ਜਾ ਰਿਹਾ। ਦਾਰੂ ਤੋਂ ਮੇਰਾ ਭਾਵ ਹੈ ਕਿ ਸਾਡੇ ਲਈ ਇੱਕ ਦਵਾਈ ਬਣਦਾ ਜਾ ਰਿਹਾ। ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ, ਆਉਣ ਵਾਲੀਆਂ ਫਸਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਦੀ ਹੌਸਲਾ ਅਫਜ਼ਾਈ ਲਈ ਅਗਰ ਕੁਝ ਕਹਿਣਾ ਚਾਹੋ ਤਾਂ? ਬਿਲਕੁਲ ਜੀ, ਜਿਵੇਂ ਕਿ ਸਾਰੇ ਹਿੰਦੁਸਤਾਨ ਨੂੰ, ਸਾਰੀ ਦੁਨੀਆ ਨੂੰ ਹੀ ਪੰਜਾਬੀਆਂ ਦੇ ਜਜ਼ਬੇ ਦਾ ਪਤਾ ਆ। ਜੇ ਹੁਣ ਸਾਡੇ ਕਿਸਾਨੀ ਧੰਦੇ ਨਾਲ ਜੇ ਸਾਡੀਆਂ ਸਰਕਾਰਾਂ ਨੇ ਕੋਈ ਗਲਤ ਡਿਸੀਜਨ ਲਿਆ ਤਾਂ ਸਾਡੇ ਪੰਜਾਬੀ ਕਿਸਾਨ ਵੀਰਾਂ ਨੇ ਸਭ ਤੋਂ ਪਹਿਲਾਂ ਹਮਲਾ ਮਾਰਿਆ ਤੇ ਉਹ ਅੱਜ ਹਮਲਾ ਦਿਨ ਪਰ ਦਿਨ ਪੂਰਾ ਹੁੰਦਾ ਦਿਖ ਰਿਹਾ ਹੈ। ਪੂਰੀ ਚੜ੍ਹਦੀ ਕਲਾ ਵਿੱਚ ਹੈ ਜੀ ਮੋਰਚਾ। ਬਿਲਕੁਲ ਜੀ, ਬਿਲਕੁਲ ਪੂਰੀ ਚੜ੍ਹਦੀ ਕਲਾ ਵਿੱਚ ਹੈ। ਕਿਸਾਨ ਨਹੀਂ ਠਰੇ, ਲੇਕਿਨ ਪ੍ਰਧਾਨ ਮੰਤਰੀ ਦੀ ਕੁਰਸੀ ਠਰਦੀ ਨਜ਼ਰ ਆ ਰਹੀ ਹੈ। ਬਿਲਕੁਲ ਜੀ, ਸਰਕਾਰਾਂ ਠਰ ਰਹੀਆਂ ਨੇ ਤੇ ਸਾਡੇ ਵੀਰਾਂ ਵਿੱਚ ਪੂਰਾ ਜੋਸ਼ ਭਰਿਆ ਹੋਇਆ ਹੈ ਤੇ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਰਕਾਰ ਨੂੰ ਸਮਰੱਥ ਬਖਸ਼ ਤੇ ਸਾਡੇ ਕਿਸਾਨ ਵੀਰਾਂ ਦੀਆਂ ਮੰਗਾਂ ਆ ਉਹ ਜਲਦੀ ਤੋਂ ਜਲਦੀ ਪੂਰੀਆਂ ਕਰੇ ਜੀ। ਕੋਈ ਜਾਂਦੇ ਕੋਈ ਗੁਰਦੁਆਰੇ ਪ੍ਰਬੰਧਕ ਕਮੇਟੀ ਵੱਲੋਂ ਕੋਈ ਸੁਨੇਹਾ ਦੇਣਾ ਚਾਹੋ ਤਾਂ ਜ਼ਰੂਰ ਚਾਹਾਂਗਾ ਕਿ ਉਹ ਵੀ ਉਹਨਾਂ ਤੱਕ ਪਹੁੰਚਦਾ ਕਰ ਦਿਓ। ਹਾਂਜੀ, ਜਿੱਦਾਂ ਕਿ ਹੁਣ 14 ਤਰੀਕ ਨੂੰ ਮਾਘੀ ਦਾ ਸ਼ੁਭ ਦਿਹਾੜਾ ਆ ਰਿਹਾ ਆ ਜੀ
ਗੁਰਦੁਆਰਾ ਟਾਹਲੀ ਸਾਹਿਬ ਵਿੱਚ ਪਿਛਲੇ ਕਾਫੀ ਸਮੇਂ ਤੋਂ ਇੱਥੇ ਉਹ ਦਿਹਾੜਾ ਬੜੇ ਸ਼ਰਧਾ ਨਾਲ ਮਨਾਇਆ ਜਾਂਦਾ ਆ ਜੀ। ਤੇ ਇਸ ਸਾਲ ਵੀ ਅਸੀਂ ਉਹ ਸ਼ਰਧਾ ਨਾਲ ਮਨਾਵਾਂਗੇ। ਸਾਰੀ ਸੰਗਤ ਨੂੰ ਬੇਨਤੀ ਆ ਕਿ ਤੁਸੀਂ ਬਾਬਾ ਜੀ ਦੇ ਦਰਸ਼ਨ ਕਰਨ ਇਸ ਤਪ ਸਥਾਨ ਤੇ ਆਓ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਬਾਈ ਜੀ। ਔਰ ਅਸੀਂ ਉਮੀਦ ਵੀ ਕਰਦੇ ਕਿ ਉਸ 14 ਤਰੀਕ ਤੋਂ ਪਹਿਲਾਂ ਜਿਹੜੇ ਕਾਲੇ ਕਾਨੂੰਨ ਸਰਕਾਰ ਵਾਪਸ ਲੈ ਲਵੇ ਔਰ ਜਿਹੜੇ ਸਾਡੇ ਵੀਰ ਉੱਥੇ ਸਰਹੱਦਾਂ ਤੇ ਬੈਠੇ ਉਹ ਸੁੱਖ ਸੁਵਿਧੀ ਕਰਨ ਵਾਪਸ ਪਰਤਣ। ਬਿਲਕੁਲ ਜੀ, ਬਿਲਕੁਲ। ਅਸੀਂ ਵੀ ਪ੍ਰਮਾਤਮਾ ਤੋਂ ਇਹੀ ਅਰਦਾਸ ਕਰਦੇ ਹਾਂ ਛੇਤੀ ਸਾਡੇ ਭਰਾ ਮੁੜ ਕੇ ਪੰਜਾਬ 'ਚ ਆ ਕੇ ਆਪਣੇ ਖੇਤੀਬਾੜੀ ਦੇ ਧੰਦੇ ਆਪਣੇ ਆਰਾਮ ਨਾਲ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ। ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਆਪਾਂ ਇਸ ਪਾਸੇ ਵੀ ਜ਼ਰੂਰ ਆਈਏ ਔਰ ਵੀਡੀਓ ਨੂੰ ਬੜੀ ਜਲਦੀ ਅਸੀਂ ਰੈਪ ਅਪ ਤਾਂ ਕਰਨਾ ਹੀ ਹੈ, ਲੇਕਿਨ ਗੱਲ ਉਹੀ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਅਸੀਂ ਅਗਰ ਇਹ ਚੀਜ਼ ਸੋਚ ਲਈਏ ਕਿ ਦੂਜੇ ਨੂੰ ਅਸੀਂ ਖੁਸ਼ ਕਰਨਾ ਹੈ, ਦੂਜੇ ਨੂੰ ਵੀ ਸਮਝਣਾ ਹੈ, ਦੂਜੇ ਨੂੰ ਵੀ ਮੌਕਾ ਦੇਣਾ, ਕਿਉਂਕਿ ਉਹ ਵੀ ਉਨਾ ਹੀ ਹੱਕਦਾਰ ਹੈ ਜਿੰਨੇ ਅਸੀਂ ਇਸ ਧਰਤੀ ਦੇ ਹੱਕਦਾਰ ਬਣੇ ਹੋਏ ਹਾਂ। ਕਿਉਂਕਿ ਜਿਹੜੀ ਇਹ ਕਾਇਨਾਤ ਹੈ ਉਹ ਸਾਡੇ ਹਿਸਾਬ ਨਾਲ ਨਾ ਕਦੀ ਚੱਲੀ ਹੈ ਤੇ ਨਾ ਕਦੀ ਚੱਲਣੀ ਹੈ। ਕਾਇਨਾਤ ਨੇ, ਅਕਾਲ ਪੁਰਖ ਨੇ, ਸੱਚੇ ਪਿਤਾ ਪਰਮਾਤਮਾ ਨੇ ਸਭ ਦਾ ਹੀ ਸੋਚਣਾ, ਉਹਨੇ ਕਿਸੇ ਇੱਕ ਦਾ ਨਹੀਂ ਸੋਚਣਾ। ਇਹ ਗੱਲ ਨੂੰ ਤੁਸੀਂ ਇਹ ਐਗਜ਼ਾਮਪਲ ਵੀ ਲੈ ਸਕਦੇ ਹੋ ਕਿ ਪੂਰੀ ਕਾਇਨਾਤ ਸਿਰਫ ਮੋਦੀ ਦਾ ਨਹੀਂ ਸੋਚ ਰਹੀ, ਉਹਨੇ ਪੂਰੇ ਵਰਲਡ ਦਾ ਸੋਚਣਾ ਹੈ। ਤਾਂ ਅਸੀਂ ਵੀ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਹੈ, ਜਿਹੜੇ ਸਾਡੇ ਗੁਰੂਆਂ ਪੀਰਾਂ ਦੀ ਸੋਚ ਹੈ, ਉਸ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਔਰ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦੇਣਾ, ਵੈਸੇ ਮੈਂ ਹੈਪੀ ਨਿਊ ਈਅਰ ਦੀ ਗੱਲ ਕਰ ਦਿੱਤੀ ਹੈ, ਲੇਕਿਨ ਜਿਹੜਾ ਅਕਾਲ ਪੁਰਖ 'ਚ ਬਿਲੀਵ ਕਰਦਾ ਹੈ ਉਹਦੇ ਲਈ ਹਰ ਪਲ, ਹਰ ਨਵੀਂ ਘੜੀ ਆ ਜਿਹੜੀ ਉਹ ਨਵਾਂ ਸਾਲ ਹੀ ਹੈ। ਕਿਉਂਕਿ ਜਿਹੜਾ ਸਮਾਂ ਲੰਘ ਗਿਆ ਉਹ ਮੁੜ ਕੇ ਕਦੀ ਵਾਪਸ ਨਹੀਂ ਆਉਣਾ। ਬਿਕਾਜ਼ ਦਾ ਫਿਊਚਰ ਇਜ਼ ਨੈਵਰ ਸਟੈਟਿਕ, ਫਿਊਚਰ ਇਜ਼ ਡਾਇਨਾਮਿਕ। ਇਹ ਧਰਤੀ ਚੱਲਦੀ ਰਹਿਣੀ ਹੈ, ਘੁੰਮਦੀ ਰਹਿਣੀ ਹੈ। ਇਸ ਗੋਲ ਚੱਕਰੀ ਨੂੰ ਅਸੀਂ ਨਹੀਂ ਘੁਮਾਉਂਦੇ, ਉਹਨੂੰ ਅਕਾਲ ਪੁਰਖ ਘੁਮਾਉਂਦਾ ਹੈ। ਤਾਂ ਸੰਜਮ ਨਾ ਰਹੀਏ, ਸਭ ਦਾ ਭਲਾ ਮੰਗੀਏ, ਕਿਉਂਕਿ ਜਿਹੜੇ ਸਾਡੇ ਅਰਦਾਸ ਉਹਦੇ ਵਿੱਚ ਵੀ ਕਿਹਾ ਜਾਂਦਾ ਹੈ ਹਮੇਸ਼ਾ 2 ਵੇਲੇ ਆਪਾਂ ਜਦੋਂ ਸਵੇਰੇ ਵੀ ਪਾਠ ਕਰਦੇ, ਸ਼ਾਮੀ ਪਾਠ ਕਰਦੇ, ਸਰਬੱਤ ਦਾ ਭਲਾ ਮੰਗਦੇ ਹਾਂ। ਤਾਂ ਆਓ ਰਲ ਕੇ ਇਸ ਨਵੇਂ ਸਾਲ ਤੇ ਆਪਾਂ ਸਰਬੱਤ ਦਾ ਭਲਾ ਮੰਗੀਏ ਔਰ ਕੋਸ਼ਿਸ਼ ਕਰੀਏ ਕਿ ਅਸਲੀਅਤ 'ਚ ਰਹੀਏ, ਕਿਸੇ ਨੂੰ ਸਾਡੇ ਵਜ੍ਹਾ ਨਾਲ ਕੋਈ ਤਕਲੀਫ ਨਾ ਹੋਵੇ। ਆਪਣੇ ਛੋਟੇ ਵੀਰ ਤਨੇਸ਼ਵਰੀ, ਕੈਮਰਾ ਪਰਸਨ ਵਿਜੇ ਕੁਮਾਰ ਤੇ ਦੀਪ ਦੀ ਆਰਜੁਨ ਦੀ ਇਜਾਜ਼ਤ, ਰੱਬ ਰੱਖਾ।